कौलां जी भलाई केंद्र ट्रस्ट ਅਤੇ ਭਾਈ ਗੁਰਿਕਪਾਲ ਸਿੰਘ ਜੀ ਦੀ ਅਨਮੁੱਲੀ ਦੇਣ ਧਾਰਮਿਕ ਰਸਾਲਾ ਸਿਫਤ ਸਲਾਹ। ਇਸ ਵਿੱਚ ਅਧਿਆਤਮਿਕ ਵਿਚਾਰ ਪੰਜ ਖੰਡ ਕੀ ਹਨ? ਨਿਮਰਤਾ, ਨਿਰਵੈਰਤਾ, ਦਇਆ, ਧੀਰਜ, ਘੱਟ ਬੋਲਣਾ, ਘੱਟ ਖਾਣਾ, ਘੱਟ ਸੌਣਾ, ਜੀਵਨ 'ਚ ਕੈਸਾ ਹੋਵੇ। ਇਸ ਤੋਂ ਇਲਾਵਾ ਸਵਾਲਨਾਮਾ, ਜ਼ਿੰਦਗੀ ਦੀਆਂ ਬਾਰੀਕੀਆਂ, ਹੱਡ ਬੀਤੀਆਂ, ਬਾਲ ਸਿੱਖਿਆ, ਨਿੱਕੀਆਂ ਗੱਲਾਂ, ਵੱਡੇ ਅਸਰ, ਅਨਮੋਲ ਬਚਨ ਅਤੇ ਗੁਰੂ ਦੇ ਪਿਆਰਿਆਂ ਦਾ ਜੀਵਨ। ਇਹ ਸਭ ਖਜ਼ਾਨਾ ਆਪ ਜੀ ਦੇ ਘਰ ਹਰ 2 ਮਹੀਨੇ ਬਾਅਦ ਸਿਫਤ ਸਲਾਹ ਰਸਾਲੇ ਦੇ ਰੂਪ ਵਿੱਚ ਪਹੁੰਚ ਸਕਦਾ ਹੈ। ਰਸਾਲਾ ਬੁੱਕ ਕਰਵਾਉਣ ਲਈ ਸੰਪਰਕ ਕਰੋ 98765 25850। फूले मार्ग जिन है बताया, ऐसा गुर ऐसा गुर वड पावी माया, ऐसा गुर वड पावी माया, ऐसा गुर वड पावी माया। सिमर मना राम नाम चितारे, बस रहे हृदय गुरु चरण प्यारे। काम क्रोध लोभ मोह मन लीना, बंधन काट मुकत गुर लीना। दुख सुख करत जन्म पुन मुआ, चरण कमल गुर आश्रम दिया। अगन सागर बोड़त संसारा, नानक बाप कर सतगुर निस्तारा, ऐसा गुरु वड पावी माया, ऐसा गुर वड पावी माया, ऐसा गुर वड पावी माया, ऐसा गुर वड पावी माया। फूले मार्ग जिने बताया, फूले मार्ग जिने बताया। गज के आखो सतनाम। श्री वार बड़ी बड़ी दात, दया, किड्डी हैरानगी दी गल है कि तेरे जीवन विच धर्म तां जन्म लेगा दया होएगी। दया नूं मां दा दर्जा दिता है, धर्म नूं पुत्र दा। मां आएगी तो पुत्र आएगा। दया किन्ने प्रकार दी है? अज 13वीं दया दी बारी है। 12 दया केवल बोल के लंघदे हैं। पहली दया खोजियां ने महापुरुषां ने गिणी है, तुहाडे करके किसी दूजे नूं शरीर दा सुख मिले, ये भी दया है। इनकलाब लैओ इनकलाब, अपने घर दियां खुशियां ते कारज इहो जिहे ढंग नाल मनाओ कि उस दिन बाणी भी पढ़ी जावे ते
ਇਹੋ ਜਿਹੀਆਂ ਚੀਜ਼ਾਂ ਦਿੱਤੀਆਂ ਜਾਣ ਕੇ ਸਾਧ ਸੰਗਤ ਦੂਜੇ ਦੇ ਸਰੀਰ ਨੂੰ ਸੁੱਖ ਮਿਲੇ। ਮੈਂ ਅੱਗੇ ਕਈ ਵਾਰੀ ਹੈਰਾਨ ਹੁੰਦਾ ਵੀ ਜਿਹੜਾ ਤੁਸੀਂ ਅੰਮ੍ਰਿਤਸਰ 'ਚ ਵਿਧਵਾ ਬੀਬੀਆਂ ਦਾ ਕੇਂਦਰ ਤੁਸੀਂ ਸੰਗਤ ਚਲਾ ਰਹੇ ਹੋ, 1600 ਵਿਧਵਾ ਬੀਬੀਆਂ ਕਈ ਸਾਡੇ ਕੋਲ ਆਉਂਦੇ ਅੱਜ ਸਾਡੇ ਬੱਚੇ ਦਾ ਜਨਮ ਦਿਨ ਹੈ ਜੀ, ਆ ਬੋਰੀ ਖੰਡ ਦੀ ਹਾਜ਼ਰੀ ਲਾ ਲਓ, ਆ ਚਾਵਲਾਂ ਦੇ ਤੋੜੇ ਦੀ ਹਾਜ਼ਰੀ ਲਾ ਲਓ। ਉਹ ਵਿਧਵਾ ਬੱਚੇ ਛੋਟੇ ਐ, ਪਤੀ ਦਾ ਸਾਇਆ ਸਿਰ ਤੇ ਨਹੀਂ, ਤੇ ਜਦੋਂ ਇਹ ਤੁਹਾਡੀਆਂ ਦਿੱਤੀਆਂ ਚੀਜ਼ਾਂ ਦੇ ਰਹੀਆਂ ਨੇ ਉਹਨਾਂ ਦੇ ਘਰ ਖਿਚੜੀ ਤੇ ਦਾਲ ਤੇ ਚਾਵਲ ਤੇ ਆ ਪ੍ਰਸ਼ਾਦੇ ਦੇ ਰੂਪ ਵਿੱਚ ਪਹੁੰਚਦੀਆਂ, ਇਹ ਪਹਿਲੀ ਦਇਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਦੂਜੀ ਦਇਆ ਮਾਇਆ ਨਹੀਂ ਤਾਂ ਵੀ ਕਰ ਸਕਦਾ, ਬੋਲਾਂ 'ਚ ਦਇਆ, ਜ਼ਬਾਨ ਦੇ ਬੋਲਾਂ 'ਚ। ਤੀਜੀ ਦਇਆ ਕੋਈ ਤਨ ਕਰਕੇ ਰੋਗੀ ਏ ਜਾਂ ਤਨ ਕਰਕੇ ਦੁਖੀ ਏ, ਉਹਦੀ ਸੇਵਾ ਗੁਰੂ ਅਰਜਨ ਦੇਵ ਆਪ ਕਰਦੇ ਰਹੇ, ਕੋੜ ਖਾਨੇ ਗੱਜ ਕੇ ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਇਹ ਤੀਜੀ ਦਇਆ ਹੈ। ਚੌਥੀ ਦਇਆ ਕਿਸੇ ਦੇ ਪਰਦੇ ਕਜਣੇ, ਓਹੋ ਬੜੀ ਵੱਡੀ ਦਾਤ ਜੀ। ਪੰਜਵੀਂ ਦਇਆ ਮਹਾਂਪੁਰਸ਼ਾਂ ਨੇ ਗਿਣੀ ਹੈ, ਕਿਸੇ ਟੁੱਟੇ ਹੋਏ ਨੂੰ ਗੁਰੂ ਨਾਨਕ ਨਾਲ ਜੋੜ ਦੇਣਾ, ਇਹ ਵੀ ਦਇਆ ਹੈ। ਛੇਵੀਂ ਦਇਆ ਕਿਸੇ ਦੇ ਔਗਣ ਨਾ ਚਿਤਾਰਦੇ, ਉਹਨੂੰ ਸਤ ਸੰਗਤ ਦੇ ਕੇ ਗੁਣਾਂ ਵਾਲਾ ਬਣਾਉਣਾ। ਸਤਵੀਂ ਦਇਆ ਆਤਮਿਕ ਤਰੱਕੀ 'ਚ ਕਿਸੇ ਦੀ ਮਦਦ ਕਰਨੀ। ਅੱਠਵੀਂ ਦਇਆ ਕਿਸੇ ਨੂੰ ਖਿਮਾ ਕਰ ਦੇਣਾ। ਨੌਵੀਂ ਦਇਆ ਕਈਆਂ 'ਚ ਰੂਹਾਨੀ ਸ਼ਕਤੀ ਆ ਜਾਂਦੀ, ਉਹਨੂੰ ਦਇਆ ਲਈ ਵਰਤਣਾ। ਗੱਜ ਕੇ ਆਖੋ ਸਤਿਨਾਮ। ਦਸਵੀਂ ਦਇਆ ਮਨ ਕਰਕੇ ਦਿਆ। ਕੋਈ ਬੰਬਈ ਬੈਠਾ ਹੈ, ਅੰਮ੍ਰਿਤਸਰ ਬੈਠੇ ਆ, ਉਹਦੇ ਤੇ ਦਇਆ ਕਰ ਸਕਦੇ ਹੋ ਮਨ ਕਰਕੇ, ਜੇ ਵੇਰਵੇ ਸੁਣੇ ਆਪ ਜੀ ਨੇ। 11ਵੀਂ ਦਇਆ ਦੁਨਿਆਵੀ ਤੇ ਦਰਗਾਹੀ ਵਿਦਿਆ ਜੇ ਕੋਈ ਮਿਲ ਗਈ ਹੈ ਤੇ ਉਹਦੇ ਰਾਹੀਂ ਦੁਨੀਆ ਤੇ ਦਇਆ ਕਰਨੀ। ਤੇ 12ਵੀਂ ਦਇਆ ਆਪਣੇ ਤੇ ਦਇਆ, ਉਹ ਆਪ ਜੀ ਨੇ ਵੇਰਵਾ। ਅੱਜ 13ਵੀਂ ਦਇਆ ਦੀ ਵਾਰੀ ਹੈ, ਸੇਵਾ ਲੈਣੀ ਸਿਰ ਤੇ ਹੱਥ ਰੱਖ ਕੇ ਜੀ। ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਵਾਹ ਵਾਹ, ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਭੂਲੇ ਮਾਰਗ ਜਿਨੇ ਬਤਾਇਆ, ਹਾਂ ਭੂਲੇ ਮਾਰਗ ਜਿਨੇ ਬਤਾਇਆ। ਸਾਰੇ ਭੂਲੇ ਮਾਰਗ ਜਿਨੇ ਬਤਾਇਆ, ਭੂਲੇ ਮਾਰਗ ਜਿਨੇ ਬਤਾਇਆ। ਵਾਹਿਗੁਰੂ 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 ਵਾਹਿਗੁਰੂ। ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਗੱਜ ਕੇ ਆਖੋ ਸਤਿਨਾਮ। ਸ੍ਰੀ ਵਾਹਿਗੁਰੂ। 13ਵੀਂ ਦਇਆ ਅਹੁਦੇ ਕਰਕੇ ਦਿਆ। ਧਿਆਨ ਦੇ, ਵਾਹਿਗੁਰੂ ਨੇ ਅਗਰ ਤੁਹਾਨੂੰ ਕੋਈ ਅਹੁਦਾ ਦਿੱਤਾ ਹੈ, ਉਸ ਅਹੁਦੇ ਨੂੰ ਦਇਆ ਲਈ ਵਰਤਣਾ। ਆਖੋ ਸਤਿਨਾਮ। ਜੇ ਪ੍ਰਿੰਸੀਪਲ ਦਾ ਅਹੁਦਾ ਮਿਲਿਆ, ਦਇਆ ਲਈ ਵਰਤਣਾ।
ਕਿਸੇ ਅਫਸਰ ਦਾ ਤੁਹਾਨੂੰ ਮਹਿਕਮੇ 'ਚ ਅਹੁਦਾ ਮਿਲਿਆ, ਉਹਨੂੰ ਦਇਆ ਲਈ ਵਰਤੋ। ਕੋਈ ਵੀ ਅਹੁਦਾ ਰਾਜ ਭਾਗ ਦਾ ਮਿਲਿਆ, ਉਹਦੇ ਕਰਕੇ ਜਿਹੜਾ ਅਹੁਦਾ ਨਾ ਉਹਨੂੰ ਦਇਆ ਲਈ ਪ੍ਰਯੋਗ ਕਰੋ। ਇੱਕ ਬੰਨਿਓ ਸੋਚੋ ਤੇ ਬਹੁਤ ਹੀ ਵੱਡੀ ਦਾਤ ਹੈ ਆਪਣੇ ਅਹੁਦੇ ਨੂੰ ਦਇਆ ਲਈ ਵਰਤਣਾ। ਦਇਆ ਲਈ ਇੱਕ ਗੁਰਮੁਖ ਪਿਆਰਿਆਂ ਦੀ ਕਿਤਾਬ ਲਿਖੀ ਹੋਈ ਹੈ, ਰਾਜ ਖਾਲਸੇ ਦਾ, ਰੂਪ ਗੋਬਿੰਦ ਦਾ, ਸਿੱਕਾ ਸੋਨੇ ਦਾ, ਇਹ ਕਿਤਾਬ ਦਾ ਨਾਂ ਹੈ। ਉਹਨਾਂ ਨੇ ਉਹਦੇ 'ਚ ਇੱਕ ਬਹੁਤ ਗੁਰਮੁਖ ਪਿਆਰੇ ਖੰਡ ਕੀਰਤਨੀ ਜਥੇ ਦੇ ਰੰਗੀ ਰੂਹ ਹੈ ਰਾਈਟਰ, ਕੁਝ ਉਹਨਾਂ ਨੇ ਅੱਖੀ ਦੇਖੀਆਂ ਬਾਤਾਂ ਯੁਰਤ ਕੀਤੀ ਵਿੱਚ ਲਿਖਣ ਦੀ। ਇੱਥੇ ਉਹਨਾਂ ਨੇ ਨਾਂ ਤੇ ਨਹੀਂ ਲਿਖਿਆ, ਪਰ ਕਹਿੰਦੇ ਕਿਸੇ ਸਰੀਰ ਨੂੰ ਬੜੇ ਵੱਡੇ ਅਫਸਰ ਦਾ ਅਹੁਦਾ ਮਿਲ ਗਿਆ। ਇਹ ਕਿਤਾਬ ਦੇ ਰਾਈਟਰ ਜੀ ਨੇ ਸਮਾਂ ਲਿਖਿਆ, ਕਿਸੇ ਸਰੀਰ ਨੂੰ ਬੜਾ ਵੱਡਾ ਅਫਸਰ ਬਣ ਗਿਆ ਉਹ, ਤੇ ਜਦੋਂ ਬੜਾ ਵੱਡਾ ਅਫਸਰ ਬਣ ਗਿਆ ਤੇ ਕਹਿੰਦਾ ਵੀ ਕਿਹੜਾ ਕੰਮ ਕਰਾਂ, ਰਿਸ਼ਵਤ ਲਵਾਂ ਵੀ ਪਰ ਮੇਰੇ ਤੇ ਉਂਗਲ ਵੀ ਨਾ ਹੋਵੇ। ਆਖੋ ਸਤਿਨਾਮ। ਉਹਦਾ ਹੈਗਾ, ਚਲਦੀ ਹੈ, ਕਲਮ ਹੈ, ਜਿੱਥੇ ਪਹੁੰਚ ਗਿਆ ਉਹਦੀ ਅਫਸਰੀ। ਹੋ ਮੇਰਾ ਸਰੀਰ ਕੰਬ ਗਿਆ ਅਗਲਾ ਪਹਿਰਾ ਪੜ ਕੇ। ਦੇਖੋ ਦਿਮਾਗ ਦੁਨੀਆ ਦਾ, ਮੈਨੂੰ ਬੋਲਣਾ ਪੈ ਰਿਹਾ ਜੋ ਲਿਖਿਆ। ਅਫਸਰ ਹੈ, ਉਹਦਾ ਮਿਲ ਗਿਆ, ਕਹਿੰਦਾ ਕਿਹੜਾ ਕੰਮ ਕਰਾਂ, ਰਿਸ਼ਵਤ ਲਵਾਂ ਵੀ ਪਰ ਉਂਗਲ ਵੀ ਨਾ ਹੋਵੇ, ਬਦਨਾਮ ਨਾ ਹੋਵਾਂ, ਲੋਕੀ ਕੁਝ ਕਹਿਣ ਨਾ। ਕਹਿੰਦੇ ਹੈ ਵੀ ਸਿੱਖ ਸੀ। ਕੀ ਕੀਤਾ, ਆਪਣੇ ਘਰ ਦੇ ਵਿੱਚ ਸਾਧ ਸੰਗਤ, ਥੱਲੇ ਰਿਹਾਇਸ਼ ਤੇ ਉੱਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਮਰਾ ਬਣਾਇਆ, ਪ੍ਰਕਾਸ਼ ਕੀਤਾ, ਸੁੰਦਰ ਕਮਰਾ ਬਣਾਇਆ। ਤੇ ਵੇਖੋ, ਮੈਨੂੰ ਉਹਦੀ ਗੱਲ ਬੋਲਣੀ ਪੈ ਰਹੀ, ਤੁਹਾਨੂੰ ਦੂਜੇ ਬੰਨੇ ਨਾ ਖੜਿਓ। ਹੁਣ ਜਿਹਨੇ ਆਣਾ ਨਾ ਜੀ ਫਲਾਣਾ ਕੰਮ ਹੈ, ਉਹਨੇ ਫਿਰ ਅੱਗੋਂ ਕੀ ਕਹਿਣਾ, ਕੋਠੇ ਗੁਰੂ ਸਾਹਿਬ ਦੇ ਕਮਰੇ 'ਚ ਪਹਿਲੇ ਮੱਥਾ ਟੇਕ ਆਓ। ਆਖੋ ਸਤਿਨਾਮ। ਮੱਥਾ ਸਮਝ ਲੈਣਾ ਕਿਹੜਾ, ਉੱਥੇ ਜੋ ਕੁਝ ਰੱਖ ਆਓ, ਕੰਮ ਹੋ ਜਾਏਗਾ। ਆਖੋ ਸਤਿਨਾਮ। ਵੀ ਮੇਰੇ ਵੱਲ ਉਂਗਲ ਵੀ ਨਹੀਂ ਹੋਏਗੀ ਵੀ ਤੂੰ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਆਇਆ, ਬਾਅਦ ਮੈਂ ਚੁੱਕ ਲਾਂਗਾ। ਆਖੋ ਸਤਿਨਾਮ। ਕਿਤਾਬ ਦੇ ਰਾਈਟਰ ਨੇ ਇੱਥੋਂ ਤੱਕ ਲਿਖਿਆ ਕਿ ਪਤਨੀ ਨੇ ਪੂਰਾ ਸਾਥ ਦੇਣਾ ਇਹਦੇ ਵਿੱਚ। ਕਿਸੇ ਆਣਾ ਜੀ ਫਲਾਣਾ ਕੰਮ ਹੈ, ਇਹ ਕਰਵਾ ਦਿਓ, ਹਾਂ ਉੱਥੇ ਮੱਥਾ ਟੇਕ ਆਓ ਤੇ ਕੰਮ ਹੋ ਜਾਏਗਾ। ਹੁਣ ਜਦੋਂ ਉਹਨੇ ਮੱਥਾ ਟੇਕ ਕੇ ਚਲੇ ਜਾਣਾ ਤੇ ਕਹਿੰਦੇ ਦੂਜਾ ਤਦ ਤੱਕ ਨਹੀਂ ਭੇਜਣਾ ਜਦ ਤੱਕ ਉਹਦੀ ਪਤਨੀ ਇੱਕ ਵਾਰੀ ਉੱਤੋਂ ਹੋ ਨਹੀਂ ਆਈ। ਤੇ ਆਪਸ ਸਿਸਟਮ ਬਣਾਇਆ ਸੀ, ਉੱਤੇ ਹੋਣ ਤੋਂ ਬਾਅਦ ਜਿੰਨਾ ਉਹਨੇ ਮੱਥਾ ਟੇਕਿਆ ਇੱਕ ਪਰਚੀ ਤੇ ਨਾ ਲਿਖ ਕੇ ਪਰਚੀ ਫੜਾ ਦੇਣੀ, ਆ ਟੇਕ ਗਿਆ। ਤੇ ਕਹਿੰਦੇ ਜਿੰਨੇ ਤਕੜੀ ਰਕਮ ਮੱਥਾ ਟੇਕਿਆ ਹੋਣਾ ਉਹਦਾ ਕੰਮ ਹੋ ਜਾਣਾ, ਜਿੰਨੇ ਥੋੜੇ ਘੱਟ ਟੇਕਿਆ ਹੋਣਾ 1000 2000 5000 ਤੱਕ, ਉਹਦਾ ਕੰਮ ਨਾ ਹੋਣਾ। ਹੌਲੀ ਹੌਲੀ ਹਰ ਇੱਕ ਨੂੰ ਪਤਾ ਲੱਗ ਗਿਆ ਵੀ ਜਿਹੜਾ ਮੱਥਾ ਤਗੜਾ ਟੇਕੇ ਇਹ ਅਫਸਰ ਉਹਦਾ ਕੰਮ ਕਰ ਦਿੰਦਾ। ਪਰਚੀ ਤੇ ਵੋਟੀ ਲਿਖ ਕੇ ਦੇ ਦਿੰਦੀ, ਆਹ ਟੇਕਿਆ ਜੇ ਇਹਨੇ ਮੱਥਾ। ਦੇਖ ਲਓ ਦੁਨੀਆ। ਮੈਂ
ਉਹਨਾਂ ਨੂੰ ਧੰਨ ਕਹਿਣਾ ਜਿਨ੍ਹਾਂ ਨੇ ਇਸ ਸਮੇਂ ਕੋਈ ਵੇਖੇ ਤੇ ਉਹਨਾਂ ਨੂੰ ਦਰਜ ਕੀਤਾ ਕਿ ਆਉਣ ਵਾਲੀਆਂ ਸਾਨੂੰ ਨਸੀਹਤਾਂ ਤਾਕਤ ਹੈ, ਅਹੁਦਾ ਹੈ, ਕਲਮ ਹੈ, ਫਿਰ ਸਿੱਖ ਹੈ ਗੁਰੂ ਦਾ। ਪਰ ਆ ਸਤ ਸੰਗਤ ਨੇ ਕੀਤੀ ਜਿਹੜੀ ਤੁਸੀਂ ਕਰ ਰਹੇ ਹੋ, ਉਸ ਕਰਕੇ ਆਪਣੇ ਅਹੁਦੇ ਨੂੰ ਦਇਆ ਲਈ ਨਹੀਂ ਰਿਸ਼ਵਤ ਲਈ ਬਤੀਤ ਕਰ ਰਹੇ ਹੈ। ਰਿਸ਼ਵਤ ਦਿਮਾਗ ਐਸਾ, ਕੋਈ ਮੈਨੂੰ ਇਹ ਕਹੇਗਾ ਹੀ ਨਹੀਂ ਵੀ ਤੂੰ ਰਿਸ਼ਵਤ ਲਈ ਹੈ। ਉਹ ਤੇ ਮੱਥਾ ਟੇਕੋ, ਕੰਮ ਹੋ ਜਾਏਗਾ। ਉਹ ਵੇਖਣਾ ਜਿਹਨੇ ਵੱਡਾ ਮੱਥਾ ਟੇਕਿਆ ਉਹਦਾ ਕੰਮ ਕਰ ਐਸਾ। ਵੇਖੋ ਇਹ ਰੂਪ ਗੋਬਿੰਦ ਦਾ, ਸਿੱਕਾ ਸੋਨੇ ਦਾ, ਰਾਜ ਖਾਲਸੇ ਦਾ, ਇਸ ਕਿਤਾਬ ਦੇ ਰਾਈਟਰ ਜੀ ਨੇ ਅੱਗੇ ਜਾ ਕੇ ਲਿਖਿਆ, ਕਹਿੰਦੇ ਤਕਰੀਬਨ 2.5 ਸਾਲ ਬਾਅਦ ਰਿਸ਼ਵਤ ਲੈਂਦਾ ਰਿਹਾ ਜੀ, ਉੱਤੇ ਮੱਥਾ ਟੇਕੋ, ਉੱਥੋਂ ਬਸ ਲਈ ਜਾਣਾ। ਕਹਿੰਦੇ 2.5 ਸਾਲ ਬਾਅਦ ਇਹਨਾਂ ਦੋਵਾਂ ਜੀਆਂ ਨੂੰ ਇਹੋ ਜਿਹਾ ਰੋਗ ਲੱਗ ਗਿਆ ਕਿ ਸਾਧ ਸੰਗਤ ਤਕਰੀਬਨ 15 ਦਿਨਾਂ ਬਾਅਦ 1 ਲੱਖ ਦਾ ਟੀਕਾ ਲੱਗਦਾ। 1 ਲੱਖ ਦਾ ਟੀਕਾ। ਦੋਵਾਂ ਜੀਆਂ ਨੂੰ ਇਹੋ ਜਿਹਾ ਰੋਗ ਲੱਗ ਗਿਆ ਕਿ 1 ਲੱਖ ਦਾ ਟੀਕਾ 15 ਦਿਨਾਂ ਬਾਅਦ ਨਾ ਲੱਗੇ, ਜ਼ਿੰਦਗੀ ਦੀ ਕਿਰਿਆ ਨੂੰ ਬ੍ਰੇਕ। 1 ਲੱਖ ਦਾ ਟੀਕਾ। ਦੋਵਾਂ ਜੀਆਂ ਨੂੰ ਇਹੋ ਜਿਹਾ ਰੋਗ ਲੱਗ ਗਿਆ ਕਿ 1 ਲੱਖ ਦਾ ਟੀਕਾ 15 ਦਿਨਾਂ ਬਾਅਦ ਨਾ ਲੱਗੇ, ਜ਼ਿੰਦਗੀ ਦੀ ਕਿਰਿਆ ਨੂੰ ਬ੍ਰੇਕ। ਉਹ ਅੱਗੋਂ ਲਿਖਦੇ ਨੇ, ਕਹਿੰਦੇ ਜਿਤਨੀ ਮਾਇਆ ਅਫਸਰ ਦੇ ਅਹੁਦੇ ਤੇ ਪਹੁੰਚ ਕੇ ਗਲਤ ਢੰਗ ਨਾਲ ਕਮਾਈ ਸੀ, ਸਾਰੀ ਮਾਇਆ ਬੜੀ ਭਿਆਨਕ ਬਿਮਾਰੀ ਆਪਣੇ ਸਰੀਰ ਤੇ ਉਹਦੇ ਉੱਤੇ ਲੱਗੀ ਤੇ ਉਸੇ ਬਿਮਾਰੀ ਨਾਲ ਹੀ ਦੋਵਾਂ ਦੀ ਮੌਤ ਹੋਈ। ਕੀ ਖਟਿਆ? ਇਹ 13ਵੀਂ ਦਇਆ ਹੈ ਕਿ ਤੁਹਾਨੂੰ ਵਾਹਿਗੁਰੂ ਕੋਈ ਅਹੁਦਾ ਦੇ ਦੇ, ਕੋਈ ਅਹੁਦਾ, ਪ੍ਰਿੰਸੀਪਲ ਬਣਾ ਦੇ, ਕੋਈ ਅਫਸਰ ਬਣਾ ਦੇ, ਕੋਈ ਰਾਜ ਭਾਗ ਦੇ ਦੇਵੇ, ਕਾਉਂਸਲਰ ਬਣਾ ਦੇ। ਇੱਕ ਮਾਈਂਡ 'ਚ ਰੱਖੋ ਕਿ ਮੈਂ ਆਪਣੀ ਕਲਮ ਨੂੰ, ਆਪਣੇ ਅਹੁਦੇ ਨੂੰ ਦਇਆ ਲਈ ਵਰਤਣਾ। ਬਾਬਾ ਨੰਦ ਸਿੰਘ ਜੀ ਦਾ ਤੇ ਇੱਥੋਂ ਤੱਕ ਬਚਨ ਹੈ, ਕਹਿੰਦੇ ਰਿਸ਼ਵਤ ਦਾ 1 ਪੈਸਾ ਕਈ ਵਾਰੀ ਸਾਧ ਸੰਗਤ ਜੀ ਸਾਰੇ ਪਰਿਵਾਰ ਦੀ ਬੁੱਧੀ ਨੂੰ ਖਰਾਬ ਕਰ ਦਿੰਦਾ। ਆਖੋ ਸਤਿਨਾਮ। ਬਾਕੀ ਮਾਇਆ ਵੀ ਰੋੜ ਕੇ ਲੈ ਜਾਂਦਾ ਜ਼ਿੰਦਗੀ। ਇਹ ਅਗਰ 13ਵੀਂ ਦਇਆ ਨੂੰ ਵਿਚਾਰੋਗੇ ਤੇ ਬੜੀ ਵੱਡੀ ਦਇਆ ਹੈ। ਉਹਦੇ ਕਰਕੇ ਦਇਆ ਇਹਦਾ ਨਾਮ, ਉਹਦੇ ਕਰਕੇ। ਆ ਤੁਸੀਂ ਨਾਂ ਸੁਣਿਆ ਹੋਣਾ, ਸ਼ਾਹਜਹਾਨ। ਇਹਨੂੰ ਇੱਕ ਫਕੀਰ ਮਿਲਿਆ ਸੀ ਸ਼ਾਹਜਹਾਨ, ਤੇ ਇਹਨੇ ਫਕੀਰ ਨੂੰ ਆਖਿਆ ਸੀ ਮੇਰਾ ਵੀ ਮੱਥਾ ਪੜ ਦੇ। ਆਖੋ ਸਤਿਨਾਮ। ਕਿਹਾ ਤੇ ਟਿਕਚਰ ਨਾਲ ਸੀ, ਮੇਰਾ ਵੀ ਮੱਥਾ ਪੜ ਦੇ। ਕੀ ਲਿਖਿਆ? ਹੋਏ ਹੋਏ, ਇਹ ਮੈਂ ਕਿਤਾਬ 'ਚ ਲਫ਼ਜ਼ ਪੜ੍ਹ ਕੇ ਹੈਰਾਨ ਹੋ ਗਿਆ। ਫਕੀਰ ਕਹਿੰਦਾ ਜੇ ਪੁੱਛਣਾ ਹੀ ਨਾ ਤੇਰੇ ਮੱਥੇ ਤੇ ਕੀ ਲਿਖਿਆ, ਹੋ ਸਕਦਾ ਤੈਨੂੰ ਬਰਦਾਸ਼ਤ ਕਰਨਾ ਔਖਾ ਹੋ ਜਾਏ। ਨਹੀਂ ਦੱਸ ਕੀ ਲਿਖਿਆ, ਮੇਰਾ ਵੀ ਮੱਥਾ ਪੜ ਦੇ। ਤੇ ਕਹਿੰਦੇ ਉਸ ਵੇਲੇ ਫਕੀਰ ਸੀ, ਕਮਾਈ ਵਾਲਾ ਸੀ, ਪ੍ਰਭ ਕਾ ਸਿਮਰਨ ਸਭ ਕੁਝ ਸੂਝੇ। ਪਹੁੰਚਿਆ ਸੀ ਇੱਥੇ, ਉਹਨੇ ਮੱਥਾ ਪੜ ਕੇ ਕਹਿਤਾ ਸ਼ਾਹਜਹਾਨ ਇਹੋ ਜਿਹਾ ਵੇਲਾ ਆ ਜਾਣਾ ਕਿ ਤੈਨੂੰ ਖਾਣ ਵਾਸਤੇ ਰੋਟੀ ਤੇ ਪੀਣ ਲਈ ਪਾਣੀ ਵੀ ਨਹੀਂ ਨਸੀਬ ਹੋਣਾ। ਉਹ ਕਿੱਥੋਂ ਬਰਦਾਸ਼ਤ ਹੋਵੇ? ਸ਼ਾਹਜਹਾਨ ਬਾਦਸ਼ਾਹ ਕਿੱਥੋਂ ਬਰਦਾਸ਼ਤ ਕਰੇ? ਤੇ ਅੱਗੋਂ ਪਤਾ ਕੀ ਕਹਿੰਦਾ? ਕਹਿੰਦਾ 2 ਗੱਲਾਂ ਕਹੀਆਂ। ਕਹਿੰਦਾ ਫਕੀਰ ਪਹਿਲੀ ਗੱਲ ਤੇ ਇਹੋ ਜਿਹਾ ਸਮਾਂ ਆ ਹੀ ਨਹੀਂ ਸਕਦਾ ਕਿ ਮੇਰਾ ਰਾਜ ਭਾਗ ਚਲਾ ਜਾਵੇ, ਮੈਨੂੰ ਰੋਟੀ ਵੀ ਨਾ ਨਸੀਬ। ਦੂਜੀ ਗੱਲ ਪਤਾ ਕੀ ਕਹੀ ਸ਼ਾਹਜਹਾਨ ਨੇ?
कहता जे राज भाग चला भी जाता है तो इतना खजाना है मेरे कोल, इतना खजाना है पुश्तां ते कुल्लां तक वो खजाना मुक नहीं सकता। मैं तेरी गल नूं किवें मान लवां? इन्ना गुस्सा आ गया, ऐलान कर दिता। वो लफज लिखे ने, तू बकवास कर रहे हैं, बकवास, ऑर्डर करता इनू जेल अंदर कर दे, जेल करता। हुण ओनू ते किरपा सी, वो प्रभ कै सिमरन सब कुछ जो उन्हें फिर क्या पढ़ते पढ़ के दसता। ते मेरे ख्याल तुहानू सारिआं नू पता है भी जदों इहदे पुत्र औरंगजेब ने तखत संभालिया ते प्यो नू कैद करता सी। अज के आखो सतनाम, कैद। शाहजहां प्यो नू कैद कर दिता। ते कैद करना ते एक पासे इतना दा कैद कीता सी साध संगत जी कि रोटी दियां गराइयां ते पानी दे घुट भी जेल दे विच गिण के मिलदे सी, गिण के। ये तुसी पढ़े हो कि कई ज्ञानी कथावाचक महापुरुषों ने स्टेज तो ही सुनाया भी। इन्हें एक बारी आख्या सी भी कलम नाल मैं कुछ लिखना हुंदा है ते शाही विच पानी पाण दी लोड़ हुंदी है, थोड़ा जिहा पानी वधा दे मेरा। आखो सतनाम। ਜਿਹੜਾ ਮੈਨੂੰ ਪਾਣੀ ਦੇ ਘੁੱਟ ਗਿਣ ਕੇ ਮਿਲਦੇ, ਮੈਨੂੰ ਸ਼ਾਹੀ ਵਾਸਤੇ ਪਾਣੀ ਲੋੜ ਪੈਂਦਾ ਜੇਲ੍ਹ 'ਚ, ਤੇ ਥੋੜਾ ਪਾਣੀ ਵਧਾ ਦੇ। ਤੇ ਔਰੰਗਜ਼ੇਬ ਨੇ ਆਖਿਆ ਸੀ ਆਪਣੇ ਪੀਣ ਵਾਲਾ ਪਾਣੀ ਘਟਾ ਲੈ, ਉਹਦੇ ਵਿੱਚੋਂ ਹੀ ਸ਼ਾਹੀ ਬਣਾਇਆ ਗਿਆ। ਧਿਆਨ ਦੇਣਾ ਜਿੱਥੇ ਗੱਲ ਆਪਾਂ ਲਿਆਉਣੀ ਹੈ। ਕਹਿੰਦੇ ਸ਼ਾਹਜਹਾਨ ਦੀ ਬੇਗਮ ਦਾ ਜਨਮ ਦਿਨ ਆ ਗਿਆ। मौत हो चुकी सी मुमताज। इन्हें की आख्या, पुत्र ओदी कबर दे उत्ते मुमताज दी मैं गुलाब दे फुल भेंट करने ने, मैनू उस दिन उत्थे जाण दी जेल चों आग्या दे दे। अगों औरंगजेब ने ये पढ़ियो किते दो ऐलान कीते, कहंदे कबर ते फुल चढ़ाया मुमताज जी, पर दो ऐलान कीते कि जदों शाहजहान फुल चढ़ाण जावे ते किसी ने सलाम नहीं करनी, ते किसी ने रोटी या पानी वो कुछ नहीं पुछना। जे किसी ने सलाम कीती या रोटी पानी पुछया ते ओदा बच्चियां समेत जिहड़ा ना खत्म कर दिता जाएगा। आपां भावें एक ते गल आईए, औरंगजेब ओहदा हैगा, देखो दी वरतों एक प्यो वास्ते भी दया लई नहीं हो रही। आखो सतनाम। पानी दे घुट गिण के देंदा प्यो। हुण ये गल पता नहीं सुननी औखी ना हो जाए। शाहजहां ने इत्थों तक कैद च लिखिया सी कि जिहड़े हिंदू वीर लोग ने, औरंगजेब जिहड़े हिंदू वीर लोग ने मरण तो बाद भी अपने पितरां नूं प्रशादा छकांदे आ, कई कुछ चढ़ाते हैं। तू मैनू जींदियां भी नहीं पुछदा, वो मरण तो बाद भी पितरां नूं जो उन्हां विच रिवाज, तू जींदियां भी ओहदा हैगा, दया नहीं हैगी। चलो ये गल ना गल रलदी है। बेड़ी विच जा रहा शाहजहान अपनी बेगम दे उत्थे फुल भेंट करन लई भी वो दिन सी, ते मलाह खड़दे पे ते कहंदे हुण बेड़ी च जा रहे है, ते मलाह नूं भुख लग गई। उन्हें अपना प्रशादा खोलिया, छकन लगा, ते शाहजहान किन्ने चिर बाद इस तरह का प्रशादा वेख्या ते हाथ अगे कर दिता, कहन लगा मैनू भी थोड़ा खवा दे, मैनू भी थोड़ा खवा दे। मलाह नूं कहंदा शाहजहान को भी ओहदा आया तो उन्होंने दया लई नहीं वरत्या, फकीरां नूं कैद कीता ते देखो भुगना पै रहा। ते जे औरंगजेब को ओहदा आया तो ओहदे नूं दया लई नहीं वरत्या, डर के रही। वो चाहे तो सुल्तान नूं
ਜਦੋਂ ਉਹ ਮਲਾਹ ਕੋ ਰੋਟੀ ਮੰਗੀ ਨਾ, ਮੈਨੂੰ ਵੀ ਥੋੜਾ ਪ੍ਰਸ਼ਾਦਾ, ਉਹਨੂੰ ਤਰਸ ਆ ਗਿਆ, ਮਲਾਹ ਨੂੰ ਤਰਸ ਆ ਗਿਆ ਕਿ ਇਹ ਉਹ ਸ਼ਾਹਜਹਾਨ ਜਿਹਨੂੰ ਮਿਲਣਾ ਹੋਵੇ ਤੇ ਅਸੀਂ ਮਿਲ ਵੀ ਨਹੀਂ ਸੀ ਸਕਦੇ, ਐਡਾ ਵੱਡਾ ਬਾਦਸ਼ਾਹ ਸੀ, ਤੇ ਅੱਜ ਕਿੱਥੇ ਆ ਗਿਆ ਕਿ ਮੇਰੇ ਕੋਲੋਂ ਰੋਟੀ ਦੀ ਗਰਾਈ ਮੰਗ ਰਿਹਾ। ਆਉਂ ਅੱਧਾ ਪ੍ਰਸ਼ਾਦਾ ਤੋੜ ਕੇ ਕਹਿੰਦੇ ਮਲਾਹ ਦੇਣ ਲੱਗਾ, ਦੂਜਾ ਮਲਾਹ ਨਾ ਉਹਨੇ ਹੱਥ ਫੜ ਲਿਆ, ਕਹਿਣ ਲੱਗਾ ਪ੍ਰਸ਼ਾਦਾ ਨਾ ਦਈ, ਔਰੰਗਜ਼ੇਬ ਦਾ ਆਰਡਰ ਜੇ ਪ੍ਰਸ਼ਾਦਾ ਦਿੱਤਾ ਤੇ ਬੱਚਿਆਂ ਸਮੇਤ ਮਾਰ ਦਿੱਤਾ ਜਾਏ। ਉਹਨੇ ਕਹਿੰਦੇ ਉਹ ਪ੍ਰਸ਼ਾਦਾ ਹੂੰ ਵਾਪਸ ਖਿੱਚ ਲਿਆ। ਸ਼ਾਹਜਹਾਨ ਮਾਫੀ ਨਹੀਂ, ਮੈਂ ਤੈਨੂੰ ਪ੍ਰਸ਼ਾਦਾ ਦੇ ਕੇ ਆਪਣੇ ਆਪ ਤੇ ਆਪਣੇ ਬੱਚਿਆਂ ਨੂੰ ਨਹੀਂ ਮਰਵਾਉਣਾ। ਆਖੋ ਸਤਿਨਾਮ। ਨਦਰੋ ਪੱਠੀ ਸੁਲਤਾਨਾ ਇਸ਼ਾਰਾ। ਉਹ ਜੋ ਉਹਨੇ ਆਪਣੇ ਬੇਗਮ ਦੇ ਫੁੱਲ ਕਰਨੇ ਕੀਤੇ, ਵਾਪਸ ਫਿਰ ਜੇਲ੍ਹ 'ਚ ਗਿਆ। ਇਹ ਕਦੀ ਔਰੰਗਜ਼ੇਬ ਦਾ ਲਿਖਿਆ ਹੋਇਆ ਨਸੀਹਤਨਾਮਾ ਪੜ੍ਹਿਓ, ਮਰਨ ਲੱਗਿਆ ਜਿਹੜਾ ਲਿਖਿਆ, ਉਹਨੇ ਆਪਣੇ ਨਸੀਹਤਨਾਮੇ 'ਚ ਲਿਖਿਆ, ਐ ਅੱਲਾ ਕਿਸੇ ਨੂੰ ਵੀ ਧਰਤੀ ਤੇ ਮੇਰੇ ਵਰਗਾ ਬਾਦਸ਼ਾਹ ਨਾ ਬਣਾਈ, ਬਾਦਸ਼ਾਹ ਨਾ ਹੀ ਬਣਾਈ ਜਿੰਨੇ ਜ਼ੁਲਮ ਮੈਂ ਬਾਦਸ਼ਾਹ ਬਣ ਕੇ ਕੀਤੇ, ਜੇ ਮੈਂ ਨਾ ਬਣਦਾ ਤੇ ਸ਼ਾਇਦ ਨਾ ਹੀ ਕਰਦਾ। ਔਰੰਗਜ਼ੇਬ ਨੇ ਆਪਣੇ ਨਸੀਹਤਨਾਮੇ 'ਚ ਲਿਖਿਆ, ਜਦੋਂ ਅਕਲ ਆ ਗਈ, ਕਿ ਜਿੱਥੇ ਮੇਰੀ ਕਬਰ ਬਣੇ ਉਹਦੇ ਉੱਤੇ ਕੋਈ ਦਰਖਤ ਨੇੜੇ ਨਾ ਲਾਣਾ, ਮੇਰੀ ਕਬਰ ਵੀ ਧੁੱਪੇ ਸੜਦੀ ਰਵੇ। ਮੈਂ ਇੰਨੇ ਕੰਮ ਗਲਤ ਕੀਤੇ ਨੇ ਜ਼ਿੰਦਗੀ ਵਿੱਚ ਕਿ ਮੇਰੀ ਕਬਰ ਨੂੰ ਵੀ ਛਾਂ ਲੈਣ ਦਾ ਹੱਕ ਨਹੀਂ ਹੈ। ਜਦੋਂ ਅਕਲ ਆ ਗਈ, ਆਖੋ ਸਤਿਨਾਮ। ਕਾਰਨ ਉਹਦੇ ਨੂੰ ਦਇਆ ਲਈ ਨਹੀਂ ਵਰਤੇ। ਆਖੋ ਸਤਿਨਾਮ। ਔਰ ਤੁਹਾਡਾ ਸਭ ਤੋਂ ਵੱਡਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਕੋਈ ਵੀ ਅਹੁਦਾ, ਮੈਂ ਹੁਣ ਪੰਕਤੀ ਬੋਲਣੀ ਹੈ, ਜਿਸਕੇ ਅੰਤਰ ਰਾਜ ਅਭਿਮਾਨ। ਹੁਣ ਰਾਜ ਨੂੰ ਰਾਜ ਨਾ ਸਮਝਣਾ, ਬਸ ਇਹਦਾ ਅਰਥ ਹੈ ਨਾ ਕੱਢਣਾ ਵੀ ਕੋਈ ਰਾਜਾ ਇਹਨੂੰ ਰਾਜ ਕਿਹਾ, ਨਹੀਂ। ਰਾਜ ਤੁਹਾਡੇ ਕੋਲ ਵੀ ਹੋ ਸਕਦਾ ਛੋਟੇ ਲੈਵਲ ਦਾ, ਰਾਜ ਤੁਹਾਡੇ ਕੋਲ ਹੋ ਸਕਦਾ ਮਹੱਲੇ ਲੈਵਲ ਦਾ, ਰਾਜ ਤੁਹਾਡੇ ਕੋਲ ਹੋ ਸਕਦਾ ਕਿ 40-50 ਬੰਦੇ ਤੁਹਾਡੇ ਹੁਕਮ 'ਚ ਹੋਣ, ਰਾਜ ਤੁਹਾਡੇ ਕੋਲ ਵੀ ਹੋ ਸਕਦਾ 2-3 ਨੌਕਰ ਘਰ ਦੇ ਤੁਹਾਡੇ ਹੁਕਮ 'ਚ ਹੋਣ। ਕੋਈ ਵੀ ਉਹਦਾ ਰਾਜ ਤੈਨੂੰ ਮਿਲਿਆ, ਜੇ ਵਿੱਚ ਅਭਿਮਾਨ ਹੈ ਫਿਰ ਸਮਝ ਲਈ ਨਰਕ ਤਿਆਰ, ਤੇ ਜੇ ਅਹੁਦੇ 'ਚ ਦਇਆ ਤੇ ਫਿਰ ਸੱਚਖੰਡ ਹੈ। ਆਖੋ ਸਤਿਨਾਮ। ਇਸੇ ਤਰ੍ਹਾਂ ਟਿਕਾਓ ਦੇਣਾ, ਕਿਉਂਕਿ ਥੋੜੀ ਜਿਹੀ ਉਲਟੀ ਗੱਲ ਵੀ ਦਾਸ ਚਾਹੁੰਦਾ ਹੈ, ਪਤਾ ਲੱਗੇ ਤੁਸੀਂ ਕਿੰਨੇ ਅਮੀਰ ਹੋ। ਤਕਰੀਬਨ 6-7 ਮਿੰਟ ਟਿਕਾਓ ਬਖਸ਼ਣਾ। ਇੱਕ ਵਾਰੀ ਪੰਕਤੀ ਪੜੋ ਵੀ ਜੇ ਕੋਈ ਅਹੁਦਾ ਆ ਵੀ ਗਿਆ, ਜਿਸ ਕੇ ਅੰਤਰ ਰਾਜ ਅਭਿਮਾਨ, ਜਿਸ ਕੇ ਅੰਤਰ ਰਾਜ ਅਭਿਮਾਨ। ਅੱਜ ਕੇ ਭੈਣੋ, ਜਿਸ ਕੇ ਪਿਛਲੀਆਂ ਭੈਣਾਂ ਗੱਜ ਕੇ ਨਾਲ, ਹਾਂਜੀ ਜਿਸਕੇ ਅੰਤਰ ਰਾਜ ਅਭਿਮਾਨ, ਜਿਸਕੇ ਅੰਤਰ ਰਾਜ ਅਭਿਮਾਨ। ਗੱਜ ਕੇ ਭੈਣੋ, ਜਿਸ जिसके अंतर राज अभिमान, ओ जिसके अंतर राज अभिमान। आज के भैणों सो नरक पाती 13ਵੀਂ ਦਇਆ। ਤੁਹਾਨੂੰ ਕੋਈ ਅਹੁਦਾ ਮਿਲਿਆ, ਉਹਨੂੰ ਦਇਆ ਲਈ ਵਰਤੋ। ਕੰਮ ਸਵਾਰੋ ਕਿਸੇ ਦਾ, ਸੀਸਾਂ ਲਓ, ਜ਼ੁਲਮ ਲਈ ਨਹੀਂ।
ਐਸ਼ ਲਈ ਨਹੀਂ, ਰਿਸ਼ਵਤ ਲਈ ਨਹੀਂ। ਮੈਂ ਕਹਿੰਦਾ ਬਹੁਤ ਜ਼ਰੂਰੀ ਦਇਆ। ਹੁਣ ਇੱਥੇ ਆ ਕੇ ਤੁਹਾਡਾ ਸਿਰ ਮਾਣ ਨਾਲ ਉੱਚਾ ਹੁੰਦਾ ਹੈ ਕਿ ਇੱਕ ਤੁਹਾਡੀ ਕੌਮ ਚੋਂ ਵੀ ਰਾਜੇ ਨੇ ਰਾਜ ਕੀਤਾ, ਮਹਾਰਾਜਾ ਰਣਜੀਤ ਜੀ। ਜੇ ਉਹਦੇ ਰਾਜ ਵਿੱਚ ਕਾਲ ਵੀ ਪੈ ਗਿਆ ਨਾ, ਕਾਲ ਵੀ, ਤੇ ਗੋਦਾਮਾਂ ਵਿੱਚੋਂ ਫਿਰ ਜਦੋਂ ਕਣਕ ਦਿੱਤੀ ਜਾ ਰਹੀ ਕਾਲ ਪੈ ਗਿਆ, ਤੇ ਭੇਸ ਬਦਲਾ ਕੇ ਮਹਾਰਾਜਾ ਰਣਜੀਤ ਸਿੰਘ ਚੈੱਕ ਕਰਦੇ ਰਹੇ ਨੇ, ਚੈੱਕ ਕਰਦੇ ਰਹੇ ਕਿ ਕੋਈ ਮੇਰਾ ਕਰਮਚਾਰੀ ਕਿਸੇ ਨਾਲ ਗਰੀਬ ਮਾਰ ਨਾ ਕਰੇ। ਤੇ ਉਹ ਜਿਹੜੀ ਤੁਸੀਂ ਸੁਣਦੇ ਹੁੰਦੇ ਨਾ ਵੀ ਉਹ ਦਾਦਾ ਤੇ ਪੋਤੇ ਵਾਲੀ ਗੱਲ, ਹੁਣ ਕਣਕ ਤੇ ਭਰਵਾ ਲਈ, ਪੋਤਾ ਸੀ ਛੋਟਾ ਤੇ ਦਾਦਾ ਸੀ ਬਜ਼ੁਰਗ, ਚੁੱਕੀ ਨਾ ਜਾਵੇ। ਤੇ ਮਹਾਰਾਜਾ ਰਣਜੀਤ ਸਿੰਘ ਭੇਸ ਬਦਲਾ ਕੇ, ਵੇਖੋ ਇਹ ਵੀ ਤਾਂ ਉਹਦਾ ਨਾ, ਆ ਕੇ ਕਹਿੰਦਾ ਦਾਦਾ ਜੀ ਤੁਹਾਡੇ ਕੋਲ ਵੀ ਨਹੀਂ ਚੁੱਕਿਆ ਜਾਂਦਾ ਕਣਕ ਦਾ ਤੋੜਾ, ਪੋਤਰਾ ਜੀ ਤੁਹਾਡੇ ਕੋਲ ਵੀ ਨਹੀਂ ਚੁੱਕਿਆ ਜਾਂਦਾ, ਮੈਂ ਘਰ ਛੱਡ ਆਉਂਦਾ। ਭੇਸ ਬਦਲਾਇਆ, ਇਹ ਵੀ ਤਾਂ ਉਹਦਾ ਨਾ, ਵੇਖੋ ਇਹ ਗਰੀਬ ਮਾਰਨਾ। ਮਹਾਰਾਜਾ ਰਣਜੀਤ ਸਿੰਘ ਇਹ ਦਾਸ ਇੱਕ ਰਾਈਟਰ ਦੀ ਕਿਤਾਬ ਪੜ੍ਹ ਰਿਹਾ ਸੀ, ਮੈਂ ਪੂਰੀ ਖੋਜ ਤੇ ਨਹੀਂ, ਤੁਸੀਂ ਕਰ ਲਿਓ। ਉਸ ਰਾਈਟਰ ਨੇ ਲਿਖਿਆ ਕਿ 40 ਸਾਲ ਰਾਜ ਕੀਤਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਨੇ, ਜਿਹੜਾ 40 ਸਾਲ 1799 ਤੋਂ 1839 ਇਹ ਲਿਖਿਆ ਉਹਨਾਂ ਨੇ, 40 ਸਾਲ ਰਾਜ ਕੀਤਾ। ਤੇ ਜਿਵੇਂ ਅੱਜ ਕੱਲ੍ਹ ਅਦਾਲਤਾਂ ਲੱਗਦੀਆਂ ਨੇ, ਉਦੋਂ ਵੀ ਮਹਾਰਾਜਾ ਰਣਜੀਤ ਸਿੰਘ ਦੀ ਅਦਾਲਤ ਲੱਗਦੀ ਸੀ। ਤੇ ਉਸ ਰਾਈਟਰ ਨੇ ਲਿਖਿਆ ਕਿ 40 ਸਾਲ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਅਹੁਦੇ 'ਚ ਇੰਨੀ ਦਇਆ ਸੀ ਕਿ 40 ਸਾਲ ਦੇ ਵਿੱਚ ਸਾਧ ਸੰਗਤ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ, ਮੌਤ ਦੀ। ਚਾਰ ਗੱਲਾਂ ਲਿਖੀਆਂ ਉਹਨੇ, ਇਹ ਕੰਮ ਆਉਣ ਵਾਲੀਆਂ ਜੀ। 40 ਸਾਲ ਦੇ ਰਾਜ ਵਿੱਚ ਕਿਸੇ ਦਾ ਹੱਕ ਨਹੀਂ ਮਾਰਿਆ ਗਿਆ, ਮੌਤ ਦੀ ਸਜ਼ਾ ਨਹੀਂ ਦਿੱਤੀ ਗਈ। 40 ਸਾਲ ਦੇ ਰਾਜ ਵਿੱਚ ਕਿਸੇ ਜਗ੍ਹਾ ਤੇ ਬੋਲੀ ਦਾ ਝਗੜਾ ਨਹੀਂ ਹੋਇਆ, ਜ਼ਬਾਨ ਦੀ ਬੋਲੀ ਦਾ, ਵੀ ਉਹ ਮਾੜਾ ਤੇ ਮੈਂ ਚੰਗਾ, ਬੋਲੀ ਦਾ ਝਗੜਾ ਨਹੀਂ ਹੋਇਆ 40 ਸਾਲ ਦੇ ਰਾਜ ਵਿੱਚ। ਤੇ ਚੌਥੀ ਗੱਲ ਲਿਖੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ 40 ਸਾਲ ਦੇ ਰਾਜ ਵਿੱਚ ਕਿਸੇ ਜਗ੍ਹਾ ਤੇ ਫਿਰਕੂ ਫਸਾਦ ਨਹੀਂ ਹੋਇਆ। ਫਿਰਕੂ ਫਸਾਦ ਹੁੰਦਾ ਵੀ ਆਪਸ ਵਿੱਚ ਕੌਮਾਂ ਦਾ ਫਸਾਦ ਹੋ ਜਾਣਾ, ਕਹਿੰਦੇ ਉਹ ਵੀ ਨਹੀਂ ਹੋਇਆ। ਕੋ ਸਤਨਾਮ, ਕੈਸਾ ਰਾਜ ਸੀ। 3-4 ਮਿੰਟ ਕੋਈ ਨਾ ਉੱਠੇ, ਭਾਵੇਂ ਹੈ ਤੇ ਧਾਰਨਾ ਹੈ, ਪਰ ਮੇਰਾ ਦਿਲ ਕੀਤਾ ਇੱਕ ਵਾਰੀ ਕਰ ਦਿਓ ਕਿਰਪਾ। ਹੈ ਉਹਦਾ ਵੇਖੋ, ਤਨ ਸਿੱਖੀ ਕਲਗੀਆਂ ਵਾਲੇ, ਤਨ ਸਿੱਖੀ ਕਲਗੀਆਂ ਵਾਲੇ, ਤਨ ਸਿੱਖੀ ਕਲਗੀਆਂ ਵਾਲੇ, ਤਨ ਸਿੱਖੀ ਕਲਗੀਆਂ ਵਾਲੇ ਭੈਣੋ। ਤਨ ਸਿੱਖੀ ਬਾਜਾਂ ਵਾਲੇ, ਤਨ ਸਿੱਖੀ ਬਾਜਾਂ ਵਾਲੇ ਦੀ। ਗੱਜ ਕੇ ਆਖੋ ਸਤਨਾਮ। ਇੱਕ ਮੈਨੂੰ ਬਚਨ ਬੜਾ ਉਹ ਕਿਤਾਬ 'ਚ ਪਿਆਰਾ ਲੱਗਿਆ, ਮੈਂ ਤੁਹਾਡੇ ਰੱਖਣਾ ਚਾਹੁੰਦਾ, ਤੁਹਾਨੂੰ ਸੇਧ ਵੀ ਮਿਲ ਜੇਗੀ। 40 ਸਾਲ ਦੇ ਰਾਜ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਅਹੁਦੇ ਨੂੰ ਕੈਸਾ ਦਇਆ ਲਈ ਵਰਤਿਆ। ਚਾਰ ਐਲਾਨ ਸੀ ਜੀ, ਹੁਕਮ, ਐਲਾਨ ਔਰ ਹੁਕਮ। ਇਹ ਮਹਾਰਾਜਾ ਰਣਜੀਤ ਸਿੰਘ ਜੀ ਦਾ ਹੁਕਮ ਸੀ ਆਪਣੀ ਸਾਰੀ ਪ੍ਰਜਾ ਨੂੰ, ਕਿਸੇ ਨਿਮਾਣੀ ਚਿੜੀ ਨੂੰ ਗੋਲੀ ਨਹੀਂ ਮਾਰਨੀ। ਕਿਸੇ ਨਿਮਾਣੀ ਚਿੜੀ ਨੂੰ ਗੋਲੀ ਨਹੀਂ ਮਾਰਨੀ, ਕਿਸੇ ਬੋਲਦੇ ਤੋਤੇ ਨੂੰ ਗੋਲੀ ਨਹੀਂ ਮਾਰਨੀ। ਦੇਖੋ ਯਾਰ, ਕਿਸੇ ਤਰਦੀ ਹੋਈ ਬੱਤਕ ਨੂੰ ਗੋਲੀ ਨਹੀਂ ਮਾਰਨੀ। ਤੇ ਚੌਥਾ ਲਿਖਿਆ, ਬੜੇ ਪਿਆਰ ਵਿੱਚ ਬੋਲਦੀ ਹੋਈ ਕੋਇਲ ਨੂੰ ਗੋਲੀ ਨਹੀਂ ਮਾਰਨੀ। ਇੱਕ ਵਾਰੀ ਗੱਜ ਕੇ ਆਖੋ ਸਰ, ਇਸ਼ਾਰਾ ਸਮਝਣਾ ਜੀ। ਦਇਆ
ऐसा राजा सी कि आ तरदी हुई बतख, ये निमाणियां चिड़ियां, ये बोलते हुए तोते, ये मिठी बोली वालियां बोलदियां हुई कोयलां। महाराजा रणजीत सिंह कहंदा ये मेरे राज दियां शोभा ने, मेरे राज दे चार चन्न ने। और तुसी हैरान हो जाओगे कि महाराजा रणजीत सिंह दे एक फौजी ने एक कोयल ते वार किया। कोयल जिहड़ी बहुत सुरीली काली कोयल तू कित गुण, गुण तेरे च बड़े, मिठास बड़ी है, रंग काला है। कहते उन्हें जो कोयल ते गोली चलाई ते महाराजा रणजीत सिंह ने 5 साल सख्त कैद की सजा दी कि तू हुक्म की बेदबी की है। बोलती हुई कोयल, वाहिगुरू, कूकदी हुई कोयल, बोलते हुए तोते, ये निमाणियां चिड़ियां, तरदियां हुई बतकां ते भी दया गज के आखो सतनाम। किड्डे किड्डे वड्डे मुल्क, लेकिन अज उन्हां दे कई कंट्रोल च नहीं बातां, पर हरी सिंह नलवे वर्गे ने आज जो काबल ते अफगानिस्तान सब दे गोडे लवाए हुए। आखो सतनाम, किरपा सी, ओदा नां जी एडी ताकत, बख्शिश। उत्थे राज बड़ा औखा कंट्रोल। ते मैं एक जिक्र पढ़ के शीश झुकिया, वेखो मां ने प्यो ते कि जदों पेशावर दी जंग होने लगी ना, ते महाराजा रणजीत सिंह कहंदा जरनैल नूं, कहंदा जंग च भेजण तो पहले सब नूं रोक लो, कुछ मैं बोलना है। वो बोलिया कि सारे जिन्नी हुण फौज जान लगी ना पेशावर ते जंग वेले, ते पहले लफज बोले कि किसे फकीर दे अस्थान ते कब्जा नहीं करना। जब तक फकीर वाला हो तू जंग चले हो, ध्यान देखो सिखी। और दूजे लफ्ज में पढ़ के हैरान हो गया जे संगत जी, शीश झुकायो। महाराजा रणजीत सिंह ने सब फौजियों को दूजे लफ्ज की बोले, कहंदे किसे मसीत नूं झरीट भी ना आवे। झरीट लफ्ज लेके आखो सतनाम। है कि है नफरत भाई उस मुल्क के पेशावर ते हमला हो रहा ते ढा दो मसीतां। नहीं, झरीट लफज देखो, झरीट मामूली जी गल होंदी है। कहंदे अपनी फौजां नूं दूजा ऐलान कीता, किसे मसीत नूं झरीट भी ना आवे। आ शीश झुकदा। तीजा ऐलान कीता, किसे हिंदू सिख मुसलमान, किसे वीर दा हरिया भरिया खेत किसे फौजी ने उजाड़ना नहीं। शीश झुकाओ गज के सतनाम। ते चौथा ऐलान अपने फौजियों को की सुनाया भी जंग लड़न चले हो कि किसे मुस्लिम औरत या किसे होर औरत वाल किसे फौजी ने मंदी निगाह नाल नहीं वेख। बैटरियां चार्ज कीतियां गज के आखो सतनाम। क्यों कह भी होता कहना पड़ेगा। तन सिक्खी कलगियां वाले दी, तन सिक्खी कलगियां वाले दी, तन सिक्खी बाजा वाले दी, तन सिक्खी बाजा वाले दी। वाह वाह
ਐਸਾ ਗੁਰ ਵਡ ਸਾਰੇ ਗੱਜ ਕੇ ਆਖੋ ਸਤਨਾਮ, ਸਾਰੇ ਆਖੋ ਸਤਨਾਮ। ਇੱਕ ਨਿੱਕਾ ਜਿਹਾ ਜ਼ਿਕਰ ਮੈਂ ਹੁਣ ਘਰੇਲੂ ਲੈਣ ਲੱਗਾ, ਕਿਉਂਕਿ ਬਹੁਤ ਬੀਬੀਆਂ ਭੈਣਾਂ ਨਾ ਦਿਮਾਗ 'ਚ ਇਹ ਆ ਜਾਂਦਾ ਵੀਰਾਂ ਦੇ ਵੀ ਰਾਜਿਆਂ ਦੀ ਗੱਲ ਹੀ ਕਰਦੇ ਪਏ ਆ। ਨਹੀਂ, ਤੁਸੀਂ ਵੀ ਰਾਜੇ ਹੋ, ਕੋਈ ਛੋਟਾ ਕੋਈ ਵੱਡਾ। ਮੇਰਾ ਖਿਆਲ ਅੰਮ੍ਰਿਤਸਰ 'ਚ ਰਹਿਣ ਵਾਲੀ ਸੰਗਤ ਨੂੰ ਸਭ ਨੂੰ ਪਤਾ ਹੋਏਗਾ ਵੀ ਕਿਲ੍ਹਾ ਭੰਗੀਆਂ ਮਾਤਾ ਕਰਤਾਰ ਕੌਰ ਜੋ ਹੁਣ ਸਰੀਰ ਕਰਕੇ ਨਹੀਂ ਹੈਗੇ, ਉਹਨਾਂ ਦਾ ਨਾ ਨਰਿੰਦਰ ਸਿੰਘ ਸੋਚ ਰਾਈਟਰ ਨੇ ਕਿਤਾਬ ਲਿਖੀ ਜੀਵਨ, ਕਿਤੇ ਪੜ੍ਹਿਓ। ਉਹ ਕਿਤਾਬ ਦਾ ਨਾਂ ਹੈ ਅਣਕੰਡਿਆਲਾ ਗੁਲਾਬ। ਦੇਖੋ ਨਾਂ ਕਿਹੜਾ ਟੌਪ ਦਾ ਰੱਖਿਆ, ਅਣਕੰਡਿਆਲਾ ਗੁਲਾਬ। ਹੁਣ ਗੁਲਾਬ ਨੂੰ ਕੰਡੇ ਹੁੰਦੇ ਆ, ਖੁਸ਼ਬੂ ਦਿੰਦਾ ਪਰ ਕੰਡੇ ਹੁੰਦੇ ਆ। ਉਹ ਨਰਿੰਦਰ ਸਿੰਘ ਸੋਚ ਜੀ ਨੇ ਮਾਤਾ ਕਰਤਾਰ ਕੌਰ ਜੀ ਦਾ ਜੀਵਨ ਲਿਖਿਆ ਕਿ ਗੁਲਾਬ ਵੀ ਸੀ ਪਰ ਬਿਨਾਂ ਕੰਡਿਆਂ ਤੋਂ ਗੁਲਾਬ। ਆਖੋ ਸਤਨਾਮ, ਬਿਨਾਂ ਕੰਡਿਆਂ ਤੋਂ। ਉਹਦੇ ਹੁਣ ਜ਼ਿਕਰ ਨਿਕਾ ਜਾਏ, ਉਹ ਬੀਬੀ ਦਾ ਨਾਂ ਹੈ ਸੁਰਜੀਤ ਕੌਰ, ਜਿਹਨੇ ਆਪਣਾ ਪ੍ਰਸੰਗਲੀ ਰੂਪ 'ਚ ਨਾ ਦਿੱਤਾ ਹੈ। ਉਹ ਸੁਰਜੀਤ ਕੌਰ ਨੇ ਆਪਣਾ ਜ਼ਿਕਰ ਆਪ ਦੱਸਿਆ ਹੋਇਆ ਕਿ ਅੱਜ ਵੇਖੋ 13ਵੀਂ ਦਇਆ ਉਹਦੇ ਕਰਕੇ ਦਇਆ, ਤੇ ਉਹ ਬੀਬੀ ਸੁਰਜੀਤ ਕੌਰ ਦਾ ਜ਼ਿਕਰ ਹੈ ਜੀ ਕਿਤਾਬ ਵਿੱਚ। ਅਣਕੰਡਿਆਲਾ ਗੁਲਾਬ, ਮਾਤਾ ਕਰਤਾਰ ਕੌਰ ਜੀ ਕਿਲ੍ਹਾ ਭੰਗੀਆਂ, ਬੜੀ ਰੰਗੀ ਰੂਹ, ਮਨ ਮਰਿਆ ਹੋਇਆ ਜਰਾ। ਉਹਨਾਂ ਦੇ ਜਥੇ ਦੀ ਮੈਂਬਰ ਹੋਏਗੀ ਸੁਰਜੀਤ ਕੌਰ। ਉਹਨੇ ਕੀ ਉਹਨਾਂ ਦੇ ਬਾਰੇ ਜ਼ਿਕਰ ਲਿਖਿਆ? ਸੁਰਜੀਤ ਕੌਰ ਕਹਿੰਦੀ ਕਿ ਮੈਂ ਇਹੋ ਜਿਹਾ ਸੁਭਾਅ ਸੀ, ਮੇਰਾ ਇਹੋ ਜਿਹਾ ਸੁਭਾਅ ਸੀ ਕਿ ਮੈਂ ਆਪਣੇ ਘਰ ਦੇ ਨੌਕਰਾਂ ਨੂੰ ਬੰਦਾ ਸਮਝਦੀ ਨਹੀਂ ਸੀ। ਇਹ ਬੰਦੇ ਨਹੀਂ, ਇਹ ਸੁਭਾਅ ਸੀ। ਉਹਦਾ ਹੈਗਾ ਵੀ ਕੋਈ ਘਰ ਕੋਠੀ ਹੈਗੀ ਹੈ 20-30-40 ਲੱਖ ਦੀ, ਨੌਕਰ ਹੈਗੇ 2-3, ਪਰ ਕਹਿੰਦੀ ਵੀ ਸੁਭਾਅ ਐਸਾ ਸੀ ਕਿ ਘਰ ਦੇ ਨੌਕਰਾਂ ਨੂੰ ਮੈਂ ਬੰਦਾ ਸਮਝਦੀ ਨਹੀਂ ਸੀ, ਤੇ ਇਸ ਤਰ੍ਹਾਂ ਦਾ ਮੇਰਾ ਸੁਭਾਅ ਸੀ। ਚਲੋ ਮੈਂ ਬੋਲਣ ਲੱਗਾ, ਇਹਨੂੰ ਫੀਲ ਨਾ ਕਰਨਾ। ਆਪਣਾ ਜ਼ਿਕਰ ਆਪ ਲਿਖਿਆ ਉਹਨਾਂ ਨੇ ਕਿ ਮੇਰਾ ਇਹੋ ਜਿਹਾ ਸੁਭਾਅ ਸੀ ਕਿ ਮੈਂ ਘਰ ਦੇ ਨੌਕਰਾਂ ਨੂੰ ਕੁੱਤਿਆਂ ਵਾਂਗ ਦੁਰਕਾਰਦੀ ਸੀ। ਇੱਦਾਂ ਕੁੱਤਿਆਂ ਵਾਂਗ ਪੈਣਾ ਕੰਮ ਲੈਣਾ ਵੀ ਇਹ ਜਾਇਜ਼ ਹੈ, ਇਹ ਬੰਦੇ ਥੋੜੀ ਨੇ। ਹਾਏ ਹਾਏ। ਉਹ ਸੁਰਜੀਤ ਕੌਰ ਨੇ ਲਿਖਿਆ, ਕਹਿੰਦੇ ਮੈਨੂੰ ਸੰਗਤ ਹੋ ਗਈ ਮਾਤਾ ਕਰਤਾਰ ਕੌਰ ਦੀ। ਇਹ ਮੈਂ ਵੀ ਦਰਸ਼ਨ ਕੀਤੇ ਹੋਏ, ਔਰ 4-5 ਵਾਰੀ ਇਹੋ ਜਿਹਾ ਵੀ ਸਾਡਾ ਮੇਲ ਹੋਇਆ ਵੀ ਜਿਵੇਂ ਬੰਦਾ ਚੈੱਕ ਹੋ ਜਾਂਦਾ ਨਾ ਵੀ ਮਨ ਮਰਿਆ ਹੋਇਆ। ਔਰ ਅਸੂਲ ਨੇ, ਮਰਿਆਦਾ ਹੈ। ਇਹ ਜਿੰਨੀ ਸੰਗਤ ਯਾਦ ਰੱਖਿਓ, ਮਰਿਆਦਾ ਤੇ ਸਭ ਕੁਝ ਹੈ, ਮਰਿਆਦਾ ਨਹੀਂ ਕੁਝ ਵੀ ਨਹੀਂ, ਮਰਿਆਦਾ। ਹੁਣ ਗੱਲਾਂ ਦਿਲ ਦੀਆਂ, ਕੋਸ਼ਿਸ਼ ਹੁੰਦੀ ਹੈ ਕਿ ਸਾਡਾ ਕੋਈ ਕੀਰਤਨੀ ਜਥਾ ਕੋਈ ਮੋਬਾਈਲ ਵੀ ਲਵੇ, ਗੱਡੀ ਵੀ ਲਵੇ, ਤੇ ਪਹਿਲੇ ਉਹਦੀ ਮਰਿਆਦਾ ਬੰਨੀ ਦੀ ਹੈ, ਕੋਸ਼ਿਸ਼ ਕਰੀ ਦੀ। ਫਿਰ ਹੁਣ ਮਰਿਆਦਾ ਹਰ ਕੰਮ ਦੀ। ਇਹ ਅਸੀਂ ਪੁੱਛੋ ਮੰਡੀ ਤੋਂ ਸਿੱਖਿਆ ਲਈ। ਬਾਬਾ ਰਨਾਮ ਸਿੰਘ ਜੀ ਕੋਈ ਕੰਮ ਹੋਵੇ ਪਹਿਲੇ ਸ਼ਰ੍ਹਾ ਕਰਦੇ ਸੀ ਮਰਿਆਦਾ, ਫਿਰ ਉਹਨੂੰ ਕੰਮ ਨੂੰ ਸ਼ੁਰੂ ਕਰਦੇ। ਆਖੋ ਸਤਨਾਮ, ਮਰਿਆਦਾ। ਸਾਡਾ ਇੱਕ ਜਥਾ ਹੇਮਕੁੰਟ ਸਾਹਿਬ ਹੋ ਕੇ ਆਇਆ ਪਰਿਵਾਰ ਸਮੇਤ। ਜਦੋਂ ਆਇਆ ਨਾ ਹੇਮਕੁੰਟ ਸਾਹਿਬ ਤੋਂ, ਮੈਂ ਕਿਹਾ ਭਾਈ ਜੀ ਗੱਲ ਕਰਨੀ ਹੈ, ਦੱਸੋ। ਮੈਂ ਕਿਹਾ ਹੇਮਕੁੰਟ ਸਾਹਿਬ ਤੋਂ ਆਏ ਹੋ, ਪਰਿਵਾਰ ਵੀ ਗਿਆ। ਮੈਂ ਕਿਹਾ ਮੈਨੂੰ ਜਰਾ ਮਰਿਆਦਾ ਦੱਸ ਦਿਓ ਵੀ ਮਰਿਆਦਾ ਬਣ ਲਈ ਹੈ। ਮਰਿਆਦਾ ਬੰਨੀ ਜੇ ਕਿ ਜੇ ਉੱਥੇ ਰਸਤੇ ਵਿੱਚ ਮੰਨ ਲਓ ਗੱਡੀ ਕਰਕੇ ਗਏ ਆ, ਇੱਕ ਬੰਦੇ ਦਾ 2000 ਲੱਗ ਗਿਆ, ਉਹ ਕਿੱਥੋਂ ਦੇਣਾ? ਪਰਸਨਲ 'ਚੋਂ ਦੇਣਾ ਕਿ ਕੀਰਤਨ 'ਚੋਂ ਦੇਣਾ? ਜੇ ਉੱਥੇ ਘੋੜਾ ਕੀਤਾ 700 ਦਾ, ਉਹ ਕਿੱਥੋਂ ਦੇਣਾ? ਆਖੋ ਸਤਨਾਮ, ਮਰਿਆਦਾ। ਬਈ ਜੇ ਉੱਥੇ ਹੁਣ ਹੋਟਲ 'ਚ ਠਹਿਰੇ ਆ ਤੁਸੀਂ, ਨਹੀਂ ਮਿਲੀ ਜਗ੍ਹਾ ਸਰਾਂ 'ਚ, ਹੋਟਲ 400 ਰਾਤ ਦਾ ਲੱਗਾ, ਗਏ ਤੁਸੀਂ ਫੈਮਿਲੀ ਨਾਲ, ਕੀ ਮਰਿਆਦਾ ਬੰਨੀ? ਫੁੱਲ ਦੇਣੇ ਕਿ ਸੰਗਤ ਦੀ ਮਾਇਆ 'ਚ? ਇਹ ਦਾਸ ਪੁੱਛਦਾ ਰਹਿੰਦਾ, ਭਾਵੇਂ ਕੋਈ ਗੁੱਸਾ ਕਰੇ, ਕੁਝ ਕਰੇ। ਕਿਉਂ? ਇਹ ਜਿੰਨੇ ਜਥੇ ਨੇ ਤੇ ਅਸੀਂ ਕੋਸ਼ਿਸ਼ ਹੁੰਦੀ ਹੈ ਇਹ ਮਨ ਸ਼ੇਰ ਨਾ ਹੋ ਜੇ,
ਤੇ ਅੱਗੇ ਸ਼ੇਰ ਹੈ, ਅੱਗੇ ਸੰਭਾਲਣਾ ਔਖਾ ਹੋਇਆ ਪਿਆ। ਕਈ ਮੈਨੂੰ ਸੁਣਾ ਦਿੰਦੇ ਜੀ ਫਲਾਣੇ ਰਾਗੀ ਨੇ ਭਾਜੀ 80 ਲੱਖ ਦੀ ਕੋਠੀ ਬਣਾ ਲਈ ਹੈ, ਅਸੀਂ ਬਣਾ ਲਈ, ਫੇਰ ਕੀ ਆਖੋ ਸਤਨਾਮ। ਮੈਂ ਕਿਹਾ ਤੁਸੀਂ ਸ਼ੇਰ ਕਰੀ ਜਾਂਦੇ ਉਹਨੂੰ, ਇਹਨੂੰ ਹੋਰ ਸ਼ੇਰ ਬਣਾਓਗੇ। ਜਦੋਂ ਕੋਈ ਮੈਨੂੰ ਇਹੋ ਜਿਹੀ ਸੁਣਾਉਂਦੇ ਗੱਲ, ਮੈਂ ਫਿਰ ਉਲਟੀ ਸੁਣਾ ਦੇਣਾ। ਆਪਣਾ ਕੰਮ ਫਿਰ ਉਲਟੀ ਸੁਣਾ ਦਿਓ ਕਿ ਬੈਟਰੀ ਇਹ ਸ਼ੇਰ ਨਾ ਹੋਵੇ, ਇਹ ਅੱਗੇ ਸ਼ੇਰ ਹੈ। ਤੁਸੀਂ ਹੁਣ ਕਈ ਵਾਰੀ ਵੇਖੋ ਨਾ, ਮੈਂ ਜੀ ਠੀਕ ਨਹੀਂ ਦਵਾਈ ਲਈ ਹੈ, ਮੈਂ ਹੁਣ ਤਾਂ ਸੁੱਤਾ ਨਾ 4 ਘੰਟੇ, ਇਹ ਤੁਸੀਂ ਸ਼ੇਰ ਕਰਦਾ ਇਹਨੂੰ, ਹੋਰ ਇਹਨੂੰ ਲਾਹਨਤ ਪਾਓ। ਉਹ ਸੁੱਤੇ ਆ ਤੇਰੇ ਕਿੰਨੇ ਸਵਾਦ ਚਲੇ ਗਏ, ਇਹਨੂੰ ਸ਼ੇਰ ਨਾ ਬਣਨ ਦਿਆ ਕਰੋ। ਇਹਨੂੰ ਸਗੋਂ ਅੱਗੇ ਹੀ ਕਾਬੂ ਨਹੀਂ ਆ ਰਿਹਾ, ਤੇ 4 ਕੁੰਟਾਂ 'ਚ ਮਿੰਟੋ ਮਿੰਟ ਹੀ ਭਜਦਾ। ਆਪ ਜਦੋਂ ਫਿਰ ਮੈਂ ਪੁੱਛਿਆ, ਮੈਂ ਕਿਹਾ ਜੀ ਹੇਮਕੁੰਟ ਸਾਹਿਬ ਗਏ ਹੋ ਮਹਾਰਾਜ, ਦੱਸੋ ਕੀ ਮਰਿਆਦਾ ਬੰਨੀ ਜੇ? ਨਹੀਂ ਬੰਨੀ ਤੇ ਮੈਂ ਕਾਗਜ਼ ਲਿਖ ਦੇਣਾ, ਜਿਹੜੀ ਤੁਸੀਂ ਬੰਨੀ ਤੁਸੀਂ ਦੱਸ ਦਿਓ। ਜਦੋਂ ਉਹਨੇ ਦੱਸਿਆ ਜੀ ਹੋਟਲ ਦਾ ਕਿਰਾਇਆ ਕੋਲੋਂ, ਪਰਸਨਲ ਕਿਰਤ ਚੋਂ ਜੀ, ਘੋੜੇ ਵਾਲਾ ਖਰਚਾ ਕੋਲੋਂ, ਰਾਹ ਦਾ ਕਿਰਾਇਆ ਕੋਲੋਂ, ਹੋਰ ਜਿਹੜਾ ਮਤਲਬ ਕੋਈ ਪਿੱਠੂ ਜਾਂ ਕੋਈ ਹਲ ਕਰਨਾ ਪੈਂਦਾ ਉਹ ਵੀ ਕੋਲੋਂ। ਕਹਿੰਦੇ ਜਿਹੜਾ ਸੰਗਤ ਰੂਪ ਵਿੱਚ ਲੰਗਰ ਛਕਿਆ ਰਾਹ ਵਿੱਚ, ਉਹ ਸੰਗਤ ਰੂਪ ਦਾ ਸਾਂਝਾ ਇੱਧਰੋਂ। ਮੈਂ ਫਿਰ ਪਿੱਠ ਤੇ ਹੱਥ ਮਾਰ ਕੇ ਸ਼ਾਬਾਸ਼ ਸ਼ਾਬਾਸ਼, ਆਖੋ ਸਤਨਾਮ। ਮਰਿਆਦਾ ਜਿਹੜੀ ਤੇਰੀ ਮੈਨੂੰ ਠੀਕ ਲੱਗੀ ਹੈ, ਕਿਰਪਾ ਸਹੀ ਹੈ, ਇਹ ਬੰਨੀ ਪਈ। ਤੇ ਉਹ ਬੀਬੀ ਸੁਰਜੀਤ ਕੌਰ, ਜ਼ਿੰਦਗੀ ਇਹੋ ਜਿਹੀ ਸੀ ਕਿ ਕਹਿੰਦੀ ਮੈਂ ਨੌਕਰ ਨੂੰ ਬੰਦਾ ਸਮਝਦੀ ਨਹੀਂ ਸੀ। ਵੇਖੋ ਉਹਦਾ ਹੈਗਾ ਘਰ ਕੇ ਮਾਇਆ ਹੋਣੀ, ਕੋਠੀਆਂ ਨਹੀਂ ਹੋਣੀ, ਤੇ ਕੁੱਤਿਆਂ ਵਾਂਗ ਦੁਰਕਾਰਦੀ ਸੀ। ਉਹ ਬੀਬੀ ਸੁਰਜੀਤ ਕੌਰ ਦਾ ਬਚਨ ਲਿਖਿਆ ਅਣਕੰਡਿਆਲਾ ਗੁਲਾਬ ਕਿਤਾਬ ਵਿੱਚ ਕਿ ਮੈਨੂੰ ਸੰਗਤ ਹੋ ਗਈ ਮਾਤਾ ਕਰਤਾਰ ਕੌਰ ਜੀ। ਉਹਨਾਂ ਨੇ ਕੀ ਕਿਹਾ? ਬੱਚੀਏ, ਜਿਸ ਪਰਮੇਸ਼ਰ ਦੀ ਤੂੰ ਔਲਾਦ ਹੈ, ਉਸੇ ਪਰਮੇਸ਼ਰ ਦੀ ਉਹ ਔਲਾਦ ਨੇ। ਦੂਜਾ ਬਚਨ ਕੀ ਕੀਤਾ ਮਾਤਾ ਕਰਤਾਰ ਕੌਰ ਜੀ ਨੇ? ਉਹਨਾਂ ਨੂੰ ਕਿਉਂ ਕੁੱਤਿਆਂ ਵਾਂਗ ਦੁਰਕਾਰਦੀ ਹੈ, ਕੰਮ ਨਹੀਂ ਕਰਦੇ? ਕਹਿੰਦੇ ਹਾਂਜੀ। ਵੇਖੋ ਮਾਤਾ ਜੀ ਨੇ ਕੀ ਕਿਹਾ, ਮਾਤਾ ਕਰਤਾਰ ਕੌਰ ਜੀ ਨੇ ਕਹਿੰਦੇ ਸੁਰਜੀਤ ਕੌਰ ਮਾਈਂਡ ਇੱਥੇ ਰੱਖ ਕਿ ਘਰ ਦੇ ਕੰਮ ਦੀ ਜ਼ਿੰਮੇਵਾਰੀ ਨੌਕਰਾਂ ਦੀ ਨਹੀਂ। ਤਾਂ ਸੁਣਿਓ, ਇਹ ਮਾਈਂਡ ਰੱਖ, ਘਰ ਦੇ ਕੰਮ ਦੀ ਜ਼ਿੰਮੇਵਾਰੀ ਮੇਰੀ ਏ, ਇਹ ਨੌਕਰ ਮੈਨੂੰ ਸਾਥ ਦਿੰਦੇ ਨੇ। ਇਹ ਨਾ ਕਹੇ ਜ਼ਿੰਮੇਵਾਰੀ ਉਹਨਾਂ ਦੀ, ਜ਼ਿੰਮੇਵਾਰੀ ਤੇਰੀ ਏ। ਉਹ ਇਹ ਸੋਚ ਤੈਨੂੰ ਸਾਥ ਦੇ ਰਿਹਾ। ਆਖੋ ਸਤਨਾਮ। ਜਦੋਂ ਇਹ ਸੋਚੇਂਗੇ ਨਾ ਉਹ ਸਾਥ ਦੇ ਰਹੇ ਮੈਨੂੰ, ਜ਼ਿੰਮੇਵਾਰੀ ਮੇਰੀ ਏ। ਉਹ ਸੁਰਜੀਤ ਕੌਰ ਨੇ ਆਪਣਾ ਲਿਖਿਆ, ਕਹਿੰਦੇ ਇੱਕ ਮੈਨੂੰ ਚੰਗੀ ਸੰਗਤ ਹੋਣ ਕਰਕੇ, ਨਹੀਂ ਤੇ ਜ਼ਿੰਦਗੀ ਮੇਰੀ ਸਾਰੀ ਉਸ ਅਹੁਦੇ ਦੇ ਮਾਣ ਵਿੱਚ, ਹੰਕਾਰ ਵਿੱਚ, ਉਹਨਾਂ ਦੀਆਂ ਬਦ ਸੀਸਾਂ 'ਚ ਬੀਤਣੀ ਸੀ। ਬਜਾਏ ਇਹਨਾਂ ਕੁ ਕਹਿਣ ਦੇ ਵੀ ਜ਼ਿੰਮੇਵਾਰੀ ਤੇਰੀ ਹੈ, ਉਹ ਤੈਨੂੰ ਸਹਿਯੋਗ ਕਰ ਰਹੇ ਨੇ। ਉਹ ਵੀ ਤੇਰੇ ਵਾਂਗੂ ਪਰਮੇਸ਼ਰ ਦੇ ਉਹਦੇ ਅੰਸ਼ ਚੋਂ ਹੀ ਨੇ, ਉਹਨਾਂ ਦੇ ਅੰਦਰ ਵੀ ਤੇਰੇ ਵਾਂਗੂ ਆਤਮਾ ਹੈ। ਇਹਨਾਂ ਕਹਿਣ ਦੇ ਨਾਲ ਕਹਿੰਦੀ ਮੇਰਾ ਜੀਵਨ ਪਲਟ ਗਿਆ। ਜਿਹੜੀਆਂ ਰੋਜ਼ ਬਦ ਸੀਸਾਂ ਲੈਂਦੀ ਸਾਂ, ਸੀਸਾਂ 'ਚ ਬਦਲ ਗਈਆਂ। ਕਿਉਂ? ਕਿਉਂਕਿ ਜਿਹੜਾ ਅਹੁਦਾ ਹੈ ਨਾ, ਅਹੁਦਾ ਉਹਨੂੰ ਹੁਣ ਹੁਕਮ 'ਚ ਨਹੀਂ, ਨਸ਼ੇ 'ਚ ਨਹੀਂ, ਅਹੁਦੇ ਵਿੱਚ ਵੀ ਦਇਆ ਆ ਗਈ। ਕਹਿ ਦਿਓ ਗੱਜ ਕੇ ਸਤਨਾਮ। ਐਸਾ ਗੁਰ ਵੱਡ ਪਾਇਆ, ਮਾਰਗ ਜਿਨੇ ਬਤਾਇਆ, ਭੂਲੇ ਮਾਰਗ ਜਿਨੇ ਬਤਾਇਆ, ਭੂਲੇ ਮਾਰਗ ਜਿਨੇ ਬਤਾਇਆ, ਭੂਲੇ ਮਾਰਗ ਜਿਨੇ ਬਤਾਇਆ। ਇਹ 13ਵੀਂ ਦਇਆ ਉਹਦੇ ਕਰਕੇ ਗੁਰੂ ਮਹਾਰਾਜ 13 ਦੀਆਂ 13 ਦਇਆ ਦੀ ਆਪ ਜੀ ਤੋਂ ਸੇਵਾ ਲੈਣ। ਬੋਲੇ